बाणी के प्रवाह चले हुक्म अनुसार प्रबंधकां ने जी समूह संगतां दा समूह प्रबंधकां दा जो ये प्रबंध चला रहे ने उत्थे नाल ही जितने भी अज साडे साउंड वाले उस गुरमुख प्यारे वीरां दा धन्नवाद क्योंकि ये एक गला जिहड़ा साउंड है ना ये गायक दी इस करके इन्हां दा भी धन्नवाद। आओ भुलां चुकां दी खिमा दास नूं हुणे हुणे कह गए सी कि समाप्ति कर दिओ होईयां भुलां दी खिमा। इन्हां ने इतिहास नाल संगतां नूं जोड़िया। इन्हां दा प्रगट सिंह जी सरपंच साहब अते समूह आलीवाल नगर निवासी संगतां वल्लों भरपूर इन्हां दा स्वागत किया गया। सो धन्नवादी आ जे महापुरुषां ने समा कढ के शहीदां दी याद तुहाडे नाल सांझी कीती। तो हुण संगत नूं निहाल सो फिर असीं एक बार धन्नवाद करते हैं ग्राम पंचायत लेफ्टिनेंट जनरल TS शेरगिल साहब मुख्य सलाहकार जो CM पंजाब डॉक्टर अमरिंदर सिंह याली साहब MLA मेरे साहब का मानता उन्होंने दिल खोल के खुले गफे दिते आ ते उस तो बिना इस नगर के जिहड़े साडे प्रबंधक चेयरमैन साहब ते होर वीर नाल सीगे सारिਆਂ ने मिल के सानू पता सी किथे किथे गए आ किथे किथे हाथ जोड़े किवें अरदासां कीतियां कि ये यादगार नूं असीं नेपरे चाढ़ सकीए और वाहिगुरू की किरपा दे नाल असीं सफल रहे हैं सारे नगर के सहयोग के नाल। ते एक मैं छोटी जी छोटा जिहा अपना योगदान एक मेरे बड़े भरा लो दलजीत सिंह वासी USA उन्होंने लो 11,000 रुपया एक मेरे वालों 11,000 रुपया ते एक मेरे ताया जी के बेटे जगजीत सिंह कनेडा सपुत्र सरदार भान सिंह उन्होंने वालों 11,000 रुपया छोटी जी भेंट इस यादगार को अर्पण करना। वाहिगुरू जी का खालसा वाहिगुरू जी की धन्यवाद प्रधान साहब का। पहला भी इन्होंने बड़ी मेहनत की साडे नाल यादगार दे विच बहुत सहयोग दिता बहुत टाइम छड्डिया। धन्यवाद करते हैं सरदार जगदीप सिंह जी वासी का। हुण मैं बेनती करूँगा TS शेरगिल साहब जी नूं जो मैक ते उन्होंने जिहड़ा पुरखियां दा इस लड़ाई दे नाल संबंध आ वो साडे पिंड दे सारे जिहड़ी संगत बैठी है उन्होंने दसो। गुरु महाराज की हजूरी चापा सारे बैठे हैं संगत बैठी है। वाहिगुरू जी का खालसा श्री वाहिगुरू जी की फतेह।
प्रगट जी, दयाली जी, अपने कर्नल कानो साहब ਜਿਹੜੇ कि जलंधर डिस्ट्रिक्ट के GOG हैड हैगे ने, और सारे सज्जन ਜਿਹੜੇ ਇੱਥੇ ਬੈਠੇ ਨੇ, ਇਹ ਜਿਹੜੀ ਸੰਗਤ ਹੈਗੀ ਹੈ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਹੁਣ ਇਤਿਹਾਸ ਜਿਹੜਾ ਹੈਗਾ ਇਸ ਇਮਾਰਤ ਦਾ बड़ा लंबा है, क्योंकि हम कई साल हो गए ने, और ਜਿਹੜੇ ਇੱਥੇ ਲੜੇ ਸਨ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਕੁਝ ਦੱਸਾਂਗਾ। ਜਰਨੈਲ, ਵੱਡਾ ਜਰਨੈਲ ਜਿਹੜਾ ਸੀਗਾ ਆਪਣੇ ਖਾਲਸਾ ਆਰਮੀ ਦਾ, ਜਿਹੜਾ ਇੱਥੇ ਲੜਿਆ ਸੀਗਾ, ਉਹਦਾ ਨਾਮ ਸੀ ਰਣਜੋਤ ਸਿੰਘ ਮਜੀਠਾ। ਉਹਨਾਂ ਦੇ ਪਿਛੋਕੜਿਆਂ ਦੇ ਬਾਰੇ ਮੈਂ ਤੁਹਾਨੂੰ ਸਮਝਾਉਣਾ। ਮਜੀਠੇ ਦੇ ਇਲਾਕੇ 'ਚ ਦੋ ਸ਼ੇਰਗਿੱਲ ਜੱਟ ਭਰਾ ਸੀਗੇ। ਵੱਡਾ ਸੀਗਾ ਸ਼ਿਵਰਾਮ ਤੇ ਛੋਟਾ ਸੀਗਾ ਜੈਰਾਮ। ਇਹ 1699 ਤੋਂ ਪਹਿਲਾਂ ਦੀ ਗੱਲ ਹੈਗੀ ਹੈ, ਜਦੋਂ ਕਿ ਖਾਲਸਾ ਬਣਿਆ ਨਹੀਂ ਸੀ। ਅੱਗੇ ਚੱਲਦੇ ਚੱਲਦੇ ਉਹਨਾਂ ਦੇ ਬੇਟੇ ਔਰ ਸੰਤਾਨ ਜਿਹੜੀ ਸੀਗੀ, ਇੱਕ ਪਾਸੇ ਸੀਗਾ ਸਰਦਾਰ ਮਾਨਾ ਸਿੰਘ ਮਜੀਠਾ, ਔਰ ਦੂਜੇ ਪਾਸੇ ਨੰਦ ਸਿੰਘ ਮਜੀਠਾ। ਨੰਦ ਸਿੰਘ ਦੀ ਅਗਲੀ ਸੰਤਾਨ ਜਿਹੜੀ ਸੀਗੀ, ਬੜੇ ਮੰਨੇ ਹੋਏ ਸਰਦਾਰ ਸੀਗੇ, ਸਰਦਾਰ ਦੇਸਾ ਸਿੰਘ। ਔਰ ਦੇਸਾ ਸਿੰਘ ਨੇ ਕਈ ਖੂਬੀਆਂ ਵਿਖਾਈਆਂ ਸਨ। ਜੰਮੂ ਲਿਆ ਸੀਗਾ ਆਪਣੇ ਲਾਹੌਰ ਦਰਬਾਰ ਦੇ ਲਈ, ਕਾਂਗੜੇ ਦਾ ਕਿਲਾ ਫਤਿਹ ਕੀਤਾ ਸੀ, ਔਰ ਉਹਨਾਂ ਦੇ ਦੋ ਬੇਟੇ ਸਨ। ਲਹਿਣਾ ਸਿੰਘ ਮਜੀਠਾ ਵੱਡਾ ਸੀਗਾ, ਔਰ ਲਹਿਣਾ ਸਿੰਘ ਉਹ ਵੀ ਆਪਣੇ, ਜਦੋਂ ਉਹਦਾ ਟਾਈਮ ਆਇਆ, ਉਹ ਵੀ ਬੜਾ ਵੱਡਾ ਸਰਦਾਰ ਸੀਗਾ ਔਰ ਸਮਝਦਾਰ ਸੀਗਾ। ਦੂਸਰਾ ਬੇਟਾ, ਉਹਦੀ ਮਾਂ ਸੀਗੀ ਪਹਾੜਨ ਗੁਲੇਰ ਦੀ, ਔਰ ਰਣਜੋਤ ਸਿੰਘ ਉਹਨਾਂ ਦਾ ਬੇਟਾ ਸੀਗਾ, ਜਿਹੜਾ ਇੱਥੇ ਲੜਿਆ। ਦੂਜੇ ਪਾਸੇ ਸਰਦਾਰ ਮਾਨਾ ਸਿੰਘ, ਉਹਨਾਂ ਦਾ ਲੜਕਾ ਅਮਰ ਸਿੰਘ, ਔਰ ਅਮਰ ਸਿੰਘ ਦੇ 5 ਬੇਟੇ ਸੀਗੇ। ਜਨਰਲ ਮਹਿਤਾਬ ਸਿੰਘ ਮਜੀਠਾ, ਜਨਰਲ ਗੁਰਦੱਤ ਸਿੰਘ ਮਜੀਠਾ, ਕਰਨਲ ਮਿਤ ਸਿੰਘ ਮਜੀਠਾ ਤੇ ਸਰਦਾਰ ਕਾਹਨ ਸਿੰਘ ਮਜੀਠਾ, ਔਰ ਇੱਕ ਹੋਰ ਛੋਟਾ ਸੀਗਾ ਹਰਦਿਤ ਸਿੰਘ। ਹੁਣ ਇਸ ਪਾਸੇ 1846 ਵਿੱਚ ਜਿਹੜਾ ਯੁੱਧ ਹੋਇਆ ਸੀਗਾ 28 ਜਨਵਰੀ ਨੂੰ, ਐਸੇ ਦਿਨ, ਉਸ ਤੋਂ ਪਹਿਲਾਂ ਕੁਝ ਲੜਾਈਆਂ ਹੋ ਚੁੱਕੀਆਂ ਸਨ। ਪਹਿਲੀ ਲੜਾਈ ਹੋਈ ਸੀਗੀ ਮੁਦਗੀ ਦੀ ਲੜਾਈ ਦਸੰਬਰ ਦੇ 18 ਦਸੰਬਰ ਨੂੰ 1845, ਔਰ ਮੁਦਗੀ ਦੀ ਜਿਹੜੀ ਲੜਾਈ ਸੀਗੀ ਖਾਲਸਾ ਫੌਜ ਤੋਂ ਵੱਲੋਂ ਮਹਿਤਾਬ ਸਿੰਘ ਮਜੀਠਾ ਸੀਗਾ, ਔਰ ਉਹਦੇ ਥੱਲੇ ਤਕਰੀਬਨ 4000 ਸਾਰੇ ਰਲ ਮਿਲ ਕੇ, ਤੋਪਾਂ, ਘੋੜਸਵਾਰ, ਉਹਨਾਂ ਨੂੰ ਘੋੜਚੜੇ ਕਹਿੰਦੇ ਸੀਗੇ, ਤੇ ਨਾਲ ਪੈਦਲ ਫੌਜ ਔਰ ਤੋਪਾਂ, 20 ਤੋਪਾਂ ਸੀਗੀਆਂ। ਔਰ ਨਾਲ ਉਹਨਾਂ ਦੇ ਲਾਲ ਸਿੰਘ ਵੀ ਸੀਗਾ। ਲਾਲ ਸਿੰਘ ਤਾਂ ਤੁਸੀਂ ਕਾਫੀ ਸੁਣਿਆ ਹੋਏਗਾ, ਕਿਉਂਕਿ ਲਾਲ ਸਿੰਘ ਤੇ ਜੈਤ ਸਿੰਘ ਇਹ ਬਾਹਰੋਂ ਆਏ ਸੀਗੇ, ਬਾਹਮਣ ਸੀਗੇ ਯੂਪੀ ਦੇ, ਔਰ ਇਹਨਾਂ ਨੇ ਪਿੱਛੋਂ ਹੀ ਛੁਰਾ ਮਾਰਿਆ ਸੀਗਾ ਖਾਲਸਾ ਫੌਜ। ਖੈਰ ਇਹ ਦੋਨੋਂ ਟੁਕੜੀਆਂ ਪਹੁੰਚੀਆਂ। ਲਾਲ ਸਿੰਘ ਦੇ ਕੋਲ ਵੀ 4000 ਸੀਗੇ, ਪਰ ਜਿਵੇਂ ਗੋਰੇ ਸਾਹਮਣੇ ਆਏ, ਲਾਲ ਸਿੰਘ ਤੋਂ ਪਿੱਛੇ ਨਿਕਲ ਗਏ ਤੇ ਰਹਿ ਗਿਆ ਮਹਿਤਾਬ ਸਿੰਘ ਮਜੀਠਾ। ਲੜਾਈ ਹੋਈ ਔਰ ਗੋਰਿਆਂ ਵੱਲੋਂ ਤਕਰੀਬਨ ਸੀਗੇ 24,000, ਔਰ ਉਸ ਲੜਾਈ ਦੇ ਵਿੱਚ ਸਾਡੇ ਜਿਹੜੇ ਘੋੜੇ ਸਨ, ਸਾਡੇ ਜਿਹੜੇ ਘੋੜਚੜੇ ਸਨ, ਉਹ ਤਗੜੇ ਸਨ,
पर गोरियों के ਜਿਹੜੇ ਸੀਗੇ ਉਹ बड़े बड़े ਵੱਡੇ ਵੱਡੇ ਘੋੜੇ ਸੀਗੇ ਤੇ ਉਹ ਜਿਹੜਾ ਮੁਕਾਬਲੇ ਸੀਗਾ ਕੁਝ ਠੀਕ ਨਹੀਂ ਚੱਲਿਆ। ਪਰ ਫਿਰ ਵੀ ਇਹ ਜਿਹੜੀ ਟੁਕੜੀ ਸੀਗੀ, ਇਹ ਜਿਹੜੀ ਬ੍ਰਿਗੇਡ ਸੀਗੀ ਮਹਿਤਾਬ ਸਿੰਘ ਮਜੀਠਾ ਦੇ ਨਾਲ, ਇਹ ਟੁੱਟੀ ਨਹੀਂ। ਇਹਨਾਂ ਨੂੰ ਪਿੱਠ ਨਹੀਂ ਵਿਖਾਈ ਔਰ ਲੜਦਿਆਂ ਲੜਦਿਆਂ 5 ਮੀਲ और पिछा ਨੂੰ हटे और जाके फिरोज शाह पहुंच गए, जिथे अगली लड़ाई हुई सी 21 दिसंबर ਨੂੰ 1845। गोरे मुदकी च बड़े मारे, तकरीबन 4000 उन्होंने फौत हो गए। उन्होंने 2 जरनैल और एक बंदा मेजर ब्रॉडफुट जिन्हें खालसा फुट पाई सी, वो भी उत्थे मर गया। अगली लड़ाई हुई सी फिरोज शाह की, वो भी 1845 20-21। जिते 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 सारा कुछ जितया हुआ सीगा और गोरे जिहड़े सन उन्होंने वाल कमांडर इन चीफ सीगा जनरल गॉफ और उन्होंने नाल उन्होंने नंबर 2 बनया होया जिहड़ा गवर्नर जनरल सीगा लॉर्ड हार्डिंग। लॉर्ड हार्डिंग ने अपनी तलवार अपने बेटे दे नाल उन्होंने आख्या तू मेरी तलवार लै जा जिहड़ी मैनू मेरी सीगी ड्यूक ऑफ वेलिंगटन ने लड़ाई जो सीगी उत्थे बड़ी वड्डी लड़ाई हुई सीगी, उन्होंने प्रेजेंट की सीगी, वो तो चला गया फिरोजपुर। जिन्हें भी उन्होंने सीक्रेट टारगेट सीगे उन्होंने जवाब दे कि आप तो हार गए। सवेर हुई, तेज सिंह तकरीबन 15,000 फौज लेके पहुंचा। उन्हें वेख्या कि ये जितते हुए ने, एकदम उन्हें पिछे मुड़िया और निकल गया। लाल सिंह तो रात ही निकल गया सीगा फिरोज शाह तो। सो यह हाल सीगा साडा जदों अलीवाल की बारी है। हुण खालसा फौज जिहड़ी सीगी फिरोज शाह तो बाद और टप गई सी सतलुज दरिया टप के और होर तैयारी कर रही सी। हुण एक छोटी जी गल हैगी है जिहड़ी सानूं समझनी चाहिए। महाराजा रणजीत सिंह जिहड़े कि पंजाब दे शेर सन और लाहौर दरबार उन्हों दी सीगी, वो बड़े समझदार सन, उन्हों दी अकल सीगी, वो लिख नहीं सकते सीगे, पढ़े लिखे नहीं सन, पर अंदाज सीगा, बड़ी चंगी उन्हों दी ट्रेनिंग सीगी और सारी लड़ाई की ट्रेनिंग। उन्हों दी जिहड़ी फॉरेन पॉलिसी सीगी उन्होंने साफ लिख के दिता सीगा सारिਆਂ ਨੂੰ कि गोरियां नाल नहीं लड़ना। उन्होंने यह भी कहा सीगा कि हौली हौली पूरा हिंदुस्तान जिहड़ा हैगा लाल रंग हो जाओ गोरियां का। इसलिए उन्होंने 1809 ਦੇ ਵਿੱਚ ਜਿਹੜੀ ट्रीटी बनाई सीगी गोरियां नाल, उन्होंने आख्या सीगा कि मैं सतलुज दरिया तो अगे नहीं बढ़ांगा और थले सिंध मिठापुर तक वो पहुंच गए सीगे। उन्होंने लाहौर दरबार जिहड़ा सीगा अज तक पाकिस्तान दे विच पख्तूनख्वा जिहड़ा हैगा नॉर्थ वेस्ट फ्रंटियर, यह तुहाडे खालसा फौज ने सारा लिया सीगा पठाना कोलों अफगाना कोलों। सो बड़ा वड्डा उन्हों दा किंगडम सीगा, बड़ा वड्डा उन्हों दा राज सीगा और उन्होंने साफ कहता सीगा इनू ना छोड़िया जे, गोरियां नूं नहीं छेड़ना, अपने थां ते रहो और पंजाब जिहड़ा हैगा इनू होर खुशहाल करो। पर हुण नवीं पीढ़ी आ गई और किस दे हक राणी सीगी, नाले 2 तेज सिंह ते लाल सिंह। इन्होंने आख्या कि ये खालसा फौज जी है, खालसा आर्मी जी हैगी है, यह काबू च नहीं आ रही, इन्होंने लड़ाओ, यह खत्म होंगे तो साडा राज हो। उन्हें बड़ी छोटी सोच सी। हुण तुसीं भी जा सोचो कि अगर आप नहीं लड़ते उस टाइम पे
ਕਿੱਡਾ ਵੱਡਾ ਤੁਹਾਡਾ ਪੰਜਾਬ ਹੋਣਾ ਸੀਗਾ ਲਾਹੌਰ ਦਰਬਾਰ ਦਾ। पूरा लद्दाख, पूरा बल्तिस्तान, गिलगित हुंजा तक, पूरा कश्मीर, पूरा तुहाडा जिहड़ा सिंध दरिया है, इंडस दरिया हैगा, इस पासे परले पासे दौलत बे अपना जिहड़ा हैगा थल्ले जाके गाजी और मिठनपुर जाके पूरा तुहाडा पख्तूनख्वा ये सारा पंजाब होना सीगा। सिर्फ छोटी चीज़ों ਲਈ ਇਹ ਲੜਾਈ ਛੇੜੀ ਗਈ ਤੇ ਹੁਣ ਜਦੋਂ ਲੜਾਈ ਹੋ ਗਈ ਸੀ ਫਿਰੋਜ਼ ਸ਼ਾਹ ਦੀ, ਸਾਡੀ ਫੌਜਾਂ ਦਰਿਆ ਪਾਰ ਹੋ ਗਏ ਸੀਗੇ, ਫਿਰ ਵੀ ਤੇਜ ਸਿੰਘ ਤੇ ਲਾਲ ਸਿੰਘ ਨਹੀਂ ਮੰਨੇ ਕਿ ਹਾਲੇ ਇਹ ਜਿਹੜੀ ਫੌਜ ਹੈ ਫਿਰ ਵੀ ਖੜੀ ਹੋ ਸਕਦੀ ਹੈ ਸਾਡੇ ਖਿਲਾਫ। ਉਹਨਾਂ ਨੇ ਫਿਰ ਲੜਾਈ ਛੇੜ ਦਿੱਤੀ। ਸਭ ਤੋਂ ਪਹਿਲੇ ਜਿਹੜੇ ਨਿਕਲੇ ਸਨ ਉਹ ਸਨ ਰਣਜੋਤ ਸਿੰਘ ਮਜੀਠੀਆ। ਉਹਨਾਂ ਦੇ ਕੋਲ 7000 ਫੌਜ ਸੀਗੀ ਤੇ 20 ਤੋਪਾਂ। ਉਹ ਆਏ ਔਰ ਉਹਨਾਂ ਦੇ ਕੋਟੜੇ ਸੀਗੇ ਉਹ ਲੁਧਿਆਣੇ ਤੱਕ ਪਹੁੰਚ ਗਏ ਸੀ। ਔਰ ਸਰ ਹੈਰੀ ਸਮਿਥ ਉਹਨਾਂ ਦੇ ਖਿਲਾਫ ਜਿਹੜੇ ਸੀਗੇ ਜਰਨੈਲ, ਉਹਨਾਂ ਦਾ ਰੇਅਰ ਗਾਰਡ ਜਿਹੜਾ ਸੀਗਾ, ਉਹਨਾਂ ਦਾ ਮਹਿਕਮਾ ਜਿਹੜਾ ਸੀਗਾ ਪਿੱਛੇ, ਉਹਨਾਂ ਦੇ ਬਲ, ਉਹਨਾਂ ਦੇ घोड़े खच्चर हाथी उन्होंने सारे काबू कर लिए सन। पर फिर भी उन्होंने फौज, क्योंकि वो चले सीगे फिरोजपुर तो वो लड़ लड़ा के पहुंच गए लुधियाने। क्यों? क्योंकि लुधियाना होर फौज उत्थे तैयार सीगी, 2 ब्रिगेडा होर सीगियां ते 2 पलटना गोरखियां दी। सो वो लैके फिर पहुंच गए पहले बुद्धवाल और बुद्धवाल तो फिर अगे अलीवाल वाल। जब दोनों फौजा खड़िया हुई आमने सामने ते की वेख्या, जिहड़ी सिखां दी फौज सीगी, तुसीं समझ लो अलीवाल जिहड़ा सीगा सेंटर सी ते 3 किलोमीटर पुंडलीवाल और 3 किलोमीटर दूजे वाल और जीटी रोड के वाल इन्नी फैली हुई सी। हैरी स्मिथ जिहड़ा सीगा चंगा जरनैल सी, उन्हें वेख्या कि किहड़ी थां इन्हां दी कमजोरी हैगी है और वो कमजोरी सीगी इत्थे आलीवाल दी ते उन्हें अपना पूरा जोर इत्थे लाता, आलीवाल ले लिया। और हुण सिखा की कोशिश की सी कि भुंदरी नूं एक किस्म की भुंदीरी बना के सारी फौज एक पासे खिंच लो। वो काम नहीं बने और आपां हार गए। शहीद बड़े हुए, इसलिए आप बैठे हैं, उन्होंने श्रद्धांजलि हैगी। पर सानू इस तो सबक सीखने चाहिए और सीखने की गल यह हैगी है सांझे रवैये कि आप कदे हार नहीं सकते। याद रखे जी आप हारे सब लड़े बहादुरी ना, कोई कमी नहीं सी। गोरी भी लिखते कि बड़ी मुश्किल लड़ाई सी, हर थां जिथे भी वो लड़े ने वो कहते हैं इन्होंने तो सारा नक दम करता, पर आप हारे। ये मुक्की नहीं ते फिर सुबराओं की लड़ाई शुरू हो 12 फरवरी और उत्थे वो भी सतलुज के इस कंढे उन्होंने पूरा लाया हुआ जी मोर्चा। खब्बे पासे साल अपने अटारी शाम सिंह अटारी, उन्होंने नाल जनरल कान सिंह मान ते जनरल मेवा सिंह मजीठा। सेंटर दे विच सन मेहताब सिंह मजीठा, जनरल गुरदित सिंह मजीठा, कर्नल मित सिंह मजीठा और सज्जे पासे एक फ्रांसीसी सीगा मूतों
ਉਹ ਸਮਝਦੇ ਸੀਗੇ ਕਿ ਸੱਜੇ ਪਾਸਿਓਂ ਪੂਰਾ ਹਮਲਾ ਨਹੀਂ ਆ ਸਕਦਾ, ਪਰ ਜਦੋਂ ਲੜਾਈ ਹੋਈ ਅਖੀਰ ਦੇ ਵਿੱਚ ਸੈਂਟਰ ਜਿਹੜਾ ਸੀਗਾ ਉਹ ਸਭ ਤੋਂ ਬਾਅਦ ਵਿੱਚ ਡਿੱਗਿਆ ਔਰ ਖੱਬੇ ਪਾਸੇ ਆਪਣੇ ਸ਼ਾਮ ਸਿੰਘ ਅਟਾਰੀ ਬਹਾਦਰ ਉਹ ਸ਼ਹੀਦ ਹੋ ਗਏ, ਮੇਵਾ ਸਿੰਘ ਮਜੀਠਾ ਉਹ ਸ਼ਹੀਦ ਹੋ ਗਿਆ ਔਰ ਇਹ ਤਿੰਨ ਭਰਾ ਜਿਹੜੇ ਸੀਗੇ ਸੈਂਟਰ ਸਾਰੇ ਫੱਟੜ ਹੋ ਗਏ। ਔਰ ਮੁਸ਼ਕਿਲ ਕੀ ਸੀਗੀ, ਤੇਜ ਸਿੰਘ ਜਿਹੜਾ ਕਿ ਕਮਾਂਡਰ ਇਨ ਚੀਫ ਸੀਗਾ, ਜਿਸ ਦਾ ਮੋਰਚਾ ਪਿੱਛੇ ਲਾਇਆ ਸੀ ਇਹਨਾਂ ਨੇ, ਉਹ ਸਾਰਾ ਛੱਡ ਛਡਾ ਕੇ ਨਿਕਲ ਗਿਆ ਔਰ ਬੇੜੀਆਂ ਦਾ ਜਿਹੜਾ ਪੁਲ ਸੀਗਾ ਉਹਨੇ ਤੋੜਤਾ। ਸੋ ਸਾਡੇ ਤਕਰੀਬਨ 15-20 ਹਜ਼ਾਰ ਜਿਹੜੇ ਸਨ ਖਾਲਸਾ ਫੌਜ ਦੇ ਉਹ ਇਸ ਕੰਢੇ ਰਹਿ ਗਏ ਔਰ ਕਈ ਦਰਿਆ 'ਚ ਡੁੱਬੇ ਔਰ ਤਾਂ ਜਾ ਕੇ ਇਹ ਜਿਹੜੀ ਲੜਾਈ ਸੀਗੀ ਪਹਿਲੀ ਐਂਗਲੋ ਸਿੱਖ ਫੌਜ ਜਿਹੜੀ ਹੈਗੀ ਹੈ ਉਹ ਖਤਮ ਹੋਈ। ਹੁਣ ਤੁਸੀਂ ਤਾਂ ਵੇਖਿਆ ਹੀ ਹੈ ਸਾਡਾ ਜਿਹੜਾ ਐਜੀਟੇਸ਼ਨ ਸੀਗਾ, ਫਾਰਮਰ ਐਜੀਟੇਸ਼ਨ, ਜਾਇਜ਼ ਗੱਲਾਂ ਤੇ ਉਹ ਬੈਠੇ ਸਨ। 65 ਦਿਨ ਹੋ ਗਏ ਸਨ, ਸਾਰਾ ਚੁੱਪਚਾਪ, ਸਾਰੀ ਦੁਨੀਆ ਉਹਨਾਂ ਨੂੰ ਵੇਖ ਰਹੀ ਸੀਗੀ ਕਿ ਆਹ ਵੇਖੋ ਇਹਨਾਂ ਦਾ ਅਨੁਸ਼ਾਸਨ ਕੀ ਹੈ, ਇਹਨਾਂ ਦਾ ਡਿਸਪਲਿਨ ਕੀ ਹੈ, ਕਿਸ ਤਰੀਕੇ ਨਾਲ ਇਹਨਾਂ ਨੇ ਇੰਤਜ਼ਾਮ ਆਪਣੇ ਆਪ ਕੀਤਾ ਔਰ ਬੈਠੇ ਨੇ। 2-3 ਦਾਣੇ ਭਾਵੇਂ ਕਿਸੇ ਨੇ ਵਿੱਚ ਲਾਏ ਹੋਣ, ਪਰ ਗੱਲ ਤਾਂ ਇਹ ਹੈਗੀ ਹੈ ਇਹ ਸਾਰਾ ਸਾਡਾ ਮਾਹੌਲ ਜਿਹੜਾ ਹੈਗਾ ਖਰਾਬ ਕਰਤਾ। ਕਿਉਂ? ਆਪਾਂ ਸਾਂਝੇ ਨਹੀਂ ਸਾਂ। ਜੇ ਆਪਾਂ ਸਾਂਝੇ ਹੋਣ, ਤੁਹਾਨੂੰ ਪਤਾ ਹੈ ਕਈ ਲੜਾਈਆਂ ਤੁਸੀਂ ਵੀ ਵੇਖੀਆਂ ਨੇ, ਮੈਂ ਤਾਂ ਸਿਰਫ ਜਰਨੈਲਾਂ ਦੀ ਗੱਲ ਕੀਤੀ ਹੈ, ਪਰ ਇਹ ਜਿਹੜੀ ਮਿੱਟੀ ਹੈ ਇਹ ਤੁਹਾਡੇ ਸਾਰੇ ਪਿਛੋਕੜੇ ਜਿਹੜੇ ਹੈਗੇ ਨੇ ਉਹਨਾਂ ਦਾ ਖੂਨ ਰਲਿਆ ਹੈ ਇਸ ਮਿੱਟੀ ਦੇ ਵਿੱਚ। ਜਰਨੈਲਾਂ ਦਾ ਪਿੱਛੇ ਬੰਦੇ ਹੁੰਦੇ ਨੇ ਜਿਹੜੇ ਸ਼ਹੀਦ ਹੁੰਦੇ ਨੇ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਕਿਉਂਕਿ ਇਤਿਹਾਸ ਵਿੱਚ ਉਹਨਾਂ ਦੇ ਨਾਂ ਨਹੀਂ ਆਉਂਦੇ। ਪਰ ਯਾਦ ਰੱਖਿਆ ਜੇ ਇਹ ਜਿਹੜਾ ਇੱਥੇ ਬਣਿਆ ਹੋਇਆ ਹੈ ਇਹ ਇਸ ਲਈ ਬਣਿਆ ਕਿ ਉਹ ਹਾਲੇ ਵੀ ਜੀਵਤ ਨੇ ਸਾਡੇ ਦਿਮਾਗਾਂ ਵਿੱਚ। ਔਰ ਜੇ ਆਪਾਂ ਸਾਂਝੇ ਹੁੰਦੇ, ਜੇ ਕੋਈ ਗਦਾਰੀ ਨਾ ਕਰਦਾ ਹੁੰਦਾ, ਤੁਹਾਡਾ ਉਹ ਪੁਰਾਣਾ ਪੰਜਾਬ ਵੀ ਹਾਲੇ ਹੁੰਦਾ ਔਰ ਤੁਹਾਡਾ ਜਿਹੜਾ ਐਜੀਟੇਸ਼ਨ ਹੈ ਉਹ ਵੀ ਬਿਲਕੁਲ ਸਹੀ ਚੱਲਦਾ। ਹੁਣ ਕਈ ਉਹ ਗਲਤੀਆਂ ਕੱਢਣਗੇ, ਕਈ ਝੂਠ ਬੋਲਣਗੇ, ਉਹ ਨਾ ਸੁਣਿਆ ਜੀ। ਪਰ ਇਹ ਜ਼ਰੂਰ ਹੈ ਬਿਲਕੁਲ ਆਰਾਮ ਨਾਲ ਕਿਸੇ ਗੈਰ ਕੰਮ ਨਹੀਂ ਆਪਾਂ ਕਰਨਾ। ਜਿਹੜੇ ਤਾਂ ਸਰਗਰਮ ਹੈਗੇ ਨੇ ਉਹਨਾਂ ਨੂੰ ਤੁਸੀਂ ਸਾਰੇ ESN ਆਪਣੀ ਬੀਬੀਆਂ ਬੇਟੀਆਂ ਉਹਨਾਂ ਨੂੰ ਸਾਂਭ ਕੇ ਰੱਖੋ, ਕਿਉਂਕਿ ਇਹ ਵੀ ਜਿਹੜੀ ਔਖੀ ਘੜੀ ਹੈਗੀ ਹੈ ਇਸ ਤੋਂ ਵੀ ਪੰਜਾਬ ਲੰਘ ਜੂ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਮੌਕਾ ਮਿਲਿਆ ਇੱਥੇ ਬੋਲਣ ਦਾ, ਔਰ ਮੇਥੋਂ ਜੇ ਕੋਈ ਗਲਤੀ ਹੋ ਗਈ ਹੋਏ ਮੈਂ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਲੈਫਟੀਨੈਂਟ ਜਨਰਲ TS ਸ਼ੇਰਗਿੱਲ ਸਾਹਿਬ ਦਾ। ਇਹਨਾਂ ਨੂੰ ਅਸੀਂ ਇੱਕੋ ਹੀ ਫੋਨ ਕੀਤਾ ਸੀ ਕਿ ਸਾਡਾ 28 ਜਨਵਰੀ ਦਾ ਪ੍ਰੋਗਰਾਮ, ਇਹਨਾਂ ਨੇ ਸਾਨੂੰ ਉਦੋਂ ਹੀ ਕਹਿਤਾ ਕਿ 28 ਤਰੀਕ ਨੂੰ ਜ਼ਰੂਰ ਪਹੁੰਚੂਗਾ। 11:30 ਦਾ ਟਾਈਮ ਦਿੱਤਾ ਸੀ, ਜਦੋਂ ਚੰਡੀਗੜ੍ਹ ਤੋਂ 11:30 ਵਜੇ ਸਾਡੇ ਕੋਲ ਪਹੁੰਚ ਗਏ ਸੀ। ਉਹਦਾ ਬਹੁਤ ਬਹੁਤ ਧੰਨਵਾਦ ਕਰਦੇ। ਹੁਣ ਅਸੀਂ ਬੇਨਤੀ ਕਰਦੇ ਹਾਂ ਸਾਡੇ ਹਲਕੇ ਦੇ MLA ਸਰਦਾਰ ਮਨਪ੍ਰੀਤ ਸਿੰਘ ਜੀ ਆਲੀ, ਉਹ ਗਿੱਲ ਸਾਹਿਬ ਦਾ ਧੰਨਵਾਦ ਕਰਨਗੇ ਤੇ ਆਈਆਂ ਸੰਗਤਾਂ ਦਾ ਵੀ ਧੰਨਵਾਦ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ
ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਜੀ, ਜੋ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਨੇ ਅਤੇ ਸੀਨੀਅਰ ਵਾਈਸ ਚੇਅਰਮੈਨ ਨੇ, ਜੋ GOG ਆਰਗੇਨਾਈਜੇਸ਼ਨ ਪੰਜਾਬ ਦੇ ਅੰਦਰ ਚਲਾਈ ਜਾ ਰਹੀ ਹੈ ਉਸਦੇ, ਅਤੇ ਉਹਨਾਂ ਦੇ ਨਾਲ ਬਹੁਤ ਸਤਿਕਾਰਯੋਗ ਕਰਨਲ ਸਾਹਿਬ, ਕਾਲੂ ਸਾਹਿਬ, ਅਤੇ ਉਹਨਾਂ ਦੇ ਨਾਲ ਆਏ ਹੋਰ ਬਹੁਤ ਸਾਰੀਆਂ ਸਨਮਾਨਯੋਗ ਚੀਫ ਕੈਪਟਨ ਹਰਮਿੰਦਰ ਸਿੰਘ ਜੀ, ਚੇਅਰਮੈਨ ਵੈਕਫੈਡ, ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਅੱਜ ਦੇ ਸਮਾਗਮ ਦੇ ਮੁੱਖ ਪ੍ਰਬੰਧਕ ਜੋ ਇਸ ਸੰਸਥਾ ਦੀ ਅਗਵਾਈ ਕਰ ਰਹੇ ਨੇ, ਸਾਬਕਾ ਸਰਪੰਚ ਸਾਹਿਬ ਪ੍ਰਗਟ ਸਿੰਘ ਜੀ, ਅਤੇ ਬਹੁਤ ਹੀ ਸਤਿਕਾਰਯੋਗ ਸਰ ਗੁਰਮੀਤ ਸਿੰਘ ਜੀ ਧਾਲੀਵਾਲ, ਸਰ ਰਾਮ ਆਸਰਾ ਸਿੰਘ ਜੀ, ਜਗਦੀਪ ਸਿੰਘ ਜੀ ਸੋਨੂ, ਅਤੇ ਇਸ ਨਗਰ ਦੇ ਸਾਡੇ ਸਾਰੇ ਹੀ ਪਤਵੰਤੇ ਸੱਜਣ, ਨਾਲ ਦੇ ਪਿੰਡਾਂ ਤੋਂ ਆਏ ਸਾਰੇ ਹੀ ਸਰਪੰਚ, ਸਾਬਕਾ ਸਰਪੰਚ ਸਾਹਿਬਾਨ, ਨਗਰ ਨਿਵਾਸੀ, ਮੇਰੀਆਂ ਭੈਣਾਂ, ਮਾਤਾਵਾਂ, ਨੌਜਵਾਨ ਵੀਰ ਬਜ਼ੁਰਗ, ਅਤੇ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਪ੍ਰੈਸ ਤੋਂ ਆਏ ਸਾਡੇ ਸਤਿਕਾਰਯੋਗ ਰਿਪੋਰਟਰ ਸਾਹਿਬਾਨ, ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਐਂਗਲੋ ਸਿੱਖ ਵਾਰ ਜੋ 1846 ਈਸਵੀ ਦੇ ਵਿੱਚ ਅੱਜ ਦੇ ਦਿਨ ਇਸ ਧਰਤੀ ਤੇ ਅੰਗਰੇਜ਼ਾਂ ਤੇ ਸਿੱਖਾਂ ਦਾ ਜੰਗ ਹੋਇਆ, ਲੜਾਈ ਹੋਈ, ਉਸ ਜੰਗ ਦੇ ਵਿੱਚ ਜੋ ਸਾਡੇ ਮਹਾਨ ਯੋਧੇ ਸਿੱਖ ਸ਼ਹੀਦ ਹੋਏ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਦੇ ਲਈ ਅੱਜ ਅਸੀਂ ਇਕੱਠੇ ਹੋਏ ਹਾਂ। ਸੋ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਸਰ ਪ੍ਰਗਟ ਸਿੰਘ ਦਾ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ, ਨਗਰ ਨਿਵਾਸੀਆਂ ਦਾ, ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਉਪਰਾਲਾ ਕਰਕੇ ਪੌਣੇ 200 ਸਾਲ ਬਾਅਦ, ਕਿਉਂਕਿ ਜਦੋਂ ਇਹ ਜੰਗ ਹੋਈ ਉਸ ਦੇ ਵਿੱਚ ਬਹੁਤ ਸਾਰੇ ਜਿੱਥੇ ਸਾਡੇ ਸਿੱਖ ਸ਼ਹੀਦ ਹੋਏ, ਉੱਥੇ ਬਹੁਤ ਸਾਰੇ ਜਿਹੜੇ ਅੰਗਰੇਜ਼ ਵੀ ਜਿਹੜੇ ਮਾਰੇ ਗਏ, ਲੇਕਿਨ ਅੰਗਰੇਜ਼ਾਂ ਨੇ ਉਸ ਸਮੇਂ ਆਪਣੀ ਯਾਦਗਾਰ ਬਣਾਈ ਸੀ ਉਹਨਾਂ ਦੇ ਜਿਹੜੇ ਇਸ ਜੰਗ ਦੇ ਵਿੱਚ ਮਾਰੇ ਗਏ ਸੀ। ਲੇਕਿਨ ਪੌਣੇ 200 ਸਾਲ ਬਾਅਦ ਸਾਨੂੰ ਜਿਹੜੀ ਸ਼ਹੀਦਾਂ ਦੀ ਯਾਦਗਾਰ ਜਿਹੜੀ ਬਣਾਉਣ ਦਾ ਚਾਹੇ ਇਹ ਸਬਬ ਬਣਿਆ, ਇਹਦੇ ਵਿੱਚ ਨਗਰ ਨਿਵਾਸੀਆਂ ਦਾ, ਪ੍ਰਗਟ ਸਿੰਘ ਦਾ, ਇਹਨਾਂ ਦਾ ਸਾਰਿਆਂ ਦੇ, ਅਤੇ ਜਿਹੜੇ ਸਾਡੇ NRI ਵੀਰ ਇਸ ਨਗਰ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਕਿਉਂਕਿ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪਿਛੋਕੜ ਨੂੰ ਯਾਦ ਰੱਖੀਏ, ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਰੱਖੀਏ, ਕਿਉਂਕਿ ਸਾਡਾ ਜੋ ਸਿੱਖ ਕੌਮ ਦਾ ਇਤਿਹਾਸ ਆ ਬੜਾ ਮਹਾਨ ਇਤਿਹਾਸ ਆ, ਕੁਰਬਾਨੀਆਂ ਦੇ ਨਾਲ, ਸ਼ਹਾਦਤਾਂ ਨਾਲ ਭਰਿਆ ਹੋਇਆ। ਸਾਡੇ ਗੁਰੂ ਸਾਹਿਬਾਨ ਨੇ, ਉਹਨਾਂ ਦੇ ਸਾਹਿਬਜ਼ਾਦਿਆਂ ਨੇ, ਅਨੇਕਾਂ ਹੀ ਸਿੰਘਾਂ ਤੇ ਸਿੰਘਣੀਆਂ ਨੇ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਲੜਦਿਆਂ ਕੁਰਬਾਨੀਆਂ ਦਿੱਤੀਆਂ। ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕਰਕੇ ਗਏ ਨੇ ਗਿੱਲ ਸਾਹਿਬ ਬੜੇ ਵਿਸਥਾਰ ਦੇ ਨਾਲ ਕਿ ਈਸਟ ਇੰਡੀਆ ਕੰਪਨੀ ਰਾਹੀਂ ਅੰਗਰੇਜ਼ ਸਾਡੇ ਇਸ ਦੇਸ਼ ਦੇ ਵਿੱਚ ਵਪਾਰ ਕਰਨ ਲਈ ਆਏ, ਲੇਕਿਨ ਹੌਲੀ ਹੌਲੀ ਉਹਨਾਂ ਨੇ ਸਾਡੇ ਦੇਸ਼ ਦੇ ਉੱਪਰ ਆਪਣਾ ਕਬਜ਼ਾ ਕਰਨਾ ਸ਼ੁਰੂ ਕੀਤਾ, ਇੱਥੇ ਰਾਜ ਕਰਨਾ ਸ਼ੁਰੂ ਕੀਤਾ। ਲੇਕਿਨ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਇਹ ਇਲਾਕਾ ਸੀ ਇਹ ਸਿੱਖ ਮਿਸਲਾਂ ਦੇ ਵਿੱਚ ਵੰਡਿਆ ਗਿਆ, ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਸ ਇਲਾਕੇ ਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਬਹੁਤ ਸਾਰੀਆਂ ਜੰਗਾਂ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਕੀਤਾ ਗਿਆ, ਉਹ ਜੰਗਾਂ ਲੜੀਆਂ ਗਈਆਂ, ਬੜੀ ਬਹਾਦਰੀ ਦੇ ਨਾਲ ਜੰਗਾਂ ਲੜੀਆਂ। ਲੇਕਿਨ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਕਿ ਸਾਡੀ ਜਿਹੜੀ ਕੌਮ ਆ ਬੜੀ ਬਹਾਦਰ ਕੌਮ ਆ, ਲੇਕਿਨ ਇਸ ਕੌਮ ਦੇ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੇ ਗਦਾਰ ਵੀ ਪੈਦਾ ਹੁੰਦੇ ਆਏ ਨੇ, ਜਿਹੜੇ ਸਮੇਂ ਦੇ ਵਿੱਚ ਸਾਡੀਆਂ ਪਿੱਠ ਦੇ ਵਿੱਚ, ਜੋ ਕੌਮ ਦੇ ਪਿੱਠ ਦੇ ਵਿੱਚ ਛੁਰਾ ਵੀ ਮਾਰਦੇ ਰਹੇ ਨੇ, ਲੇਕਿਨ ਫਿਰ ਵੀ ਅਸੀਂ ਅੱਜ ਤੱਕ ਜਿਹੜੇ ਸੰਘਰਸ਼ ਨੇ ਉਹ ਜਾਰੀ ਰੱਖੇ ਨੇ। ਠੀਕ ਆ, ਚਾਹੇ 1846 ਈਸਵੀ ਦੇ ਵਿੱਚ ਜਦੋਂ ਜੰਗ ਹੋਇਆ, ਬੇਸ਼ੱਕ ਅਸੀਂ ਉਸ ਸਮੇਂ ਹਾਰ ਗਏ, ਲੇਕਿਨ ਉਹ ਜੰਗ ਸਾਡੀ ਉਹ ਜੰਗ ਰੁਕੀ ਨਹੀਂ। ਉਸ ਤੋਂ ਬਾਅਦ ਲੜਾਈ, ਉਹ ਜੰਗ ਅਸੀਂ 1947 ਦੇ ਵਿੱਚ ਅੰਗਰੇਜ਼ਾਂ ਨੂੰ ਇੱਥੋਂ ਭਜਾ ਕੇ ਉਹ ਜੰਗ ਅਸੀਂ ਜਿੱਤੀ ਅਤੇ ਮੁਲਕ ਨੂੰ ਆਜ਼ਾਦ ਕਰਾਇਆ। ਸਾਡਾ ਮੁਲਕ ਆਜ਼ਾਦ ਕਰਾਉਣ ਦੇ ਵਿੱਚ ਬੇਸ਼ੱਕ ਸਾਡੀ 2% ਆਬਾਦੀ ਆ ਸਿੱਖਾਂ ਦੀ, ਲੇਕਿਨ 80% ਕੁਰਬਾਨੀਆਂ ਸਿੱਖਾਂ ਨੇ, ਪੰਜਾਬੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦਿੱਤੀਆਂ। ਚਾਹੇ ਕਾਲੇ ਪਾਣੀ ਦੀ ਸਜ਼ਾ ਕੱਟੀਆਂ, ਚਾਹੇ ਗ੍ਰਿਫਤਾਰੀਆਂ ਦਿੱਤੀਆਂ, ਜਿੰਨੇ ਵੀ ਅੰਦੋਲਨ ਹੋਏ ਉਹਦੇ ਵਿੱਚ ਅੱਗੇ ਲੱਗ ਕੇ ਪੰਜਾਬੀਆਂ ਨੇ ਅਗਵਾਈ ਕੀਤੀ ਅਤੇ ਸਾਡੇ ਮੁਲਕ ਨੂੰ ਆਜ਼ਾਦ ਕਰਾਇਆ ਅਤੇ ਅੰਗਰੇਜ਼ਾਂ ਨੂੰ ਇਸ ਧਰਤੀ ਤੋਂ ਭਜਾਇਆ। ਸੋ ਇਹ ਮੈਂ ਸਮਝਦਾ ਕਿ ਇਹ ਸਾਡੀ ਇੱਕ ਬਹੁਤ ਵੱਡੀ ਜਿਹੜੀ ਪ੍ਰਾਪਤੀ ਆ। ਅੱਜ ਵੀ ਸਾਡਾ ਮੁਲਕ ਜਦੋਂ ਤੋਂ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਵੀ ਸਾਡੀਆਂ ਸਰਹੱਦਾਂ ਦੀ ਰਾਖੀ ਕਰਦਿਆਂ
ਦੇਸ਼ ਦੇ ਅੰਦਰ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦੇ ਹਾਂ। ਅੱਜ ਵੀ ਸਾਡੇ ਫੌਜੀ ਜਿਹੜੇ ਵੀਰ ਨੇ ਅੱਜ ਵੀ ਉਹ ਕੁਰਬਾਨੀਆਂ ਦੇ ਰਹੇ ਨੇ, ਅਤੇ ਜੇ ਅੱਜ ਅਸੀਂ ਸੁੱਖ ਦੀ ਨੀਂਦ ਸੌਂਦੇ ਹਾਂ ਤਾਂ ਇਹਦਾ ਸਾਰਾ ਹੀ ਸਿਹਰਾ ਸਾਡੇ ਸਤਿਕਾਰਯੋਗ ਉਹਨਾਂ ਸਾਡੇ ਫੌਜੀ ਵੀਰਾਂ ਨੂੰ ਜਾਂਦਾ ਜੋ ਅੱਜ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਅੱਜ ਵੀ ਜਿਹੜੇ ਲੜ ਰਹੇ ਨੇ। ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੀਏ, ਉਹਨਾਂ ਦੀਆਂ ਯਾਦਗਾਰਾਂ ਬਣਾਈਏ, ਯਾਦਗਾਰਾਂ ਮਨਾਈਏ, ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ, ਸਾਡੀ ਨੈਕਸਟ ਜਨਰੇਸ਼ਨ ਆ ਸਾਡੀ, ਉਹ ਵੀ ਸਾਡੇ ਇਸ ਗੌਰਵ ਇਤਿਹਾਸ ਨੂੰ ਯਾਦ ਰੱਖ ਸਕੇ, ਸਾਡੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਰੱਖ ਸਕੇ ਜਿਨ੍ਹਾਂ ਨੇ ਸਾਡੇ ਦੇਸ਼ ਦੀ ਖਾਤਰ ਮਹਾਨ ਕੁਰਬਾਨੀਆਂ ਦਿੱਤੀਆਂ। ਸੋ ਕਿਉਂਕਿ ਮੇਰਾ ਵੀ ਇਸ ਜੰਗ ਦੇ ਨਾਲ ਪਿਛੋਕੜ ਜੁੜਿਆ, ਕਿ ਮੈਂ ਜ਼ਿਕਰ ਕੀਤਾ ਕਈ ਵਾਰ, ਮੈਂ ਹੁਣ ਵੀ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ। ਮੈਂ ਜਨਰਲ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ ਕਿ ਜੋ ਇਹ ਲੜਾਈ ਜਿਹੜੀ ਲੜੀ ਗਈ ਆ ਸਰ ਰਣਜੋਤ ਸਿੰਘ ਮਜੀਠੀਆ ਜੀ ਦੀ ਅਗਵਾਈ ਦੇ ਵਿੱਚ ਸਿੱਖਾਂ ਵੱਲੋਂ ਅਤੇ ਅੰਗਰੇਜ਼ਾਂ ਵੱਲੋਂ ਹੈਰੀ ਸਮਿਥ ਸੀਗਾ ਜਿਹੜਾ ਜਰਨੈਲ ਸੀਗਾ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਕਿਤਾਬ ਲਿਖੀ ਆ ਉਹਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਬਾਰਨਹਾੜੇ ਪਿੰਡ ਦਾ, ਜਿਹੜਾ ਸਾਡਾ ਬਿਲਕੁਲ ਗੁਆਂਢੀ ਪਿੰਡ ਆ, ਸਾਡੇ ਨਾਲ ਲੱਗਦਾ ਪਿੰਡ ਆ ਬਾਰਨਹਾੜਾ। ਜੋ ਸਾਡੇ ਕੋਲੇ ਬਜ਼ੁਰਗਾਂ ਤੋਂ ਜਿੰਨੀ ਜਾਣਕਾਰੀ ਇਕੱਤਰ ਹੋਈ ਆ ਉਹਦੇ ਮੁਤਾਬਕ ਰਣਮਹੇਸ਼ ਸਿੰਘ ਜੋ ਰਾਜਾ ਸੀ ਬਾਰਨਹਾੜੇ ਦਾ, ਕੈਪਟਨ ਸਾਹਿਬ ਦੀ ਕਿਤਾਬ ਦੇ ਵਿੱਚ ਵੀ ਲਿਖਿਆ ਗਿਆ ਕਿ ਰਣਜੋਤ ਸਿੰਘ ਮਜੀਠੀਆ ਇਸ ਲੜਾਈ ਤੋਂ ਇੱਕ ਦਿਨ ਪਹਿਲਾਂ ਆ ਕੇ ਬਾਰਨਹਾੜੇ ਪਿੰਡ ਦੇ ਵਿੱਚ ਰੁਕੇ ਅਤੇ ਰਣਜੋਤ ਸਿੰਘ ਮਜੀਠੀਆ ਉਹਨਾਂ ਦਾ ਸਾਥ ਦਿੱਤਾ ਰਣਮਹੇਸ਼ ਸਿੰਘ ਨੇ, ਅਤੇ ਇਸ ਜੰਗ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰਕੇ ਕਾਲੇ ਪਾਣੀ ਦੀ ਸਜ਼ਾ ਉਹਨੂੰ ਹੋਈ ਅਤੇ ਉਸ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ। ਲੇਕਿਨ ਉਸ ਦੀ ਜੋ ਉਹਦੇ ਔਲਾਦ ਨਹੀਂ ਸੀ ਘਰਵਾਲੀ ਵੱਲੋਂ, ਜੋ ਸਾਡੇ ਬਜ਼ੁਰਗ ਸਾ ਗੁਲਾਬ ਸਿੰਘ ਜਿਨ੍ਹਾਂ ਦੀ ਮੈਂ 7ਵੀਂ ਪੀੜ੍ਹੀ ਦੇ ਵਿੱਚੋਂ ਆ, ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਇੱਕ ਪਿੰਡ ਦੀ ਜ਼ਮੀਨ ਦਿੱਤੀ ਉਸ ਸਮੇਂ 1846 ਈਸਵੀ ਦੇ ਵਿੱਚ, ਅਤੇ 1847 ਦੇ ਵਿੱਚ ਇਆਲੀ ਖੁਰਦ ਪਿੰਡ ਸਾ ਗੁਲਾਬ ਸਿੰਘ ਜੀ ਉਹਨਾਂ ਨੇ ਬੰਨਿਆ ਅਤੇ ਉਹ ਪਿੰਡ ਵਸਾਇਆ, ਅਤੇ ਉਹਦੀ ਜਿਹੜੀ ਜ਼ਮੀਨ ਸੀਗੀ ਸਾਰੀ ਉਹਨਾਂ ਦੀ ਸੀ, ਲੇਕਿਨ ਉਹਨਾਂ ਨੇ 3 ਹਿੱਸੇ ਜ਼ਮੀਨ ਲੋਕਾਂ ਨੂੰ ਫ੍ਰੀ ਦੇ ਕੇ ਉਹ ਪਿੰਡ ਵਸਾਇਆ ਤੇ ਚੌਥਾ ਹਿੱਸਾ ਜ਼ਮੀਨ ਆ ਜਿਹੜੀ ਉਹਨਾਂ ਨੇ ਆਪਣੇ ਕੋਲ ਰੱਖੀ। ਸੋ ਇਸੇ ਕਰਕੇ ਇਸ ਜੰਗ ਦੇ ਨਾਲ ਸਾਡਾ ਪਿਛੋਕੜ ਜੁੜਿਆ ਹੋਣ ਕਰਕੇ ਅਸੀਂ ਕੋਸ਼ਿਸ਼ ਕੀਤੀ ਇਸ ਪੰਚਾਇਤ ਨਾਲ ਉਸ ਸਮੇਂ ਦੀ ਪ੍ਰਗਟ ਸਿੰਘ ਉਹਨਾਂ ਨਾਲ ਰਹਿ ਕਰਕੇ ਵੀ ਇਹ ਜਿਹੜੀ ਸਾਡੇ ਮਹਾਨ ਇੱਥੇ ਸਾਡੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਅਸੀਂ ਯਾਦਗਾਰ ਬਣਾਈ ਹੈ, ਤੇ ਉਸ ਵਾਹਿਗੁਰੂ ਪਰਮਾਤਮਾ ਦੀ ਮਿਹਰ ਸਦਕਾ ਕਿਰਪਾ ਸਦਕਾ ਜੋ ਇਹ ਲਾਇਬ੍ਰੇਰੀ ਅਤੇ ਯਾਦਗਾਰ ਸਾਨੂੰ ਇਹ ਉਸ ਸਮੇਂ ਇਹ ਬਣਾਉਣ ਦਾ ਜਿਹੜਾ ਮੌਕਾ ਮਿਲਿਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਯਾਦਗਾਰ ਨੂੰ ਵਧੀਆ ਬਣਾਉਣ ਦੇ ਲਈ ਹਰ ਤਰ੍ਹਾਂ ਦਾ ਸਹਿਯੋਗ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪਿਛਲੇ ਸਮੇਂ 'ਚ ਬਹੁਤ ਸਾਰੀ ਮਦਦ ਆਈ ਸੀ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਮਦਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਕੇ ਇੱਥੇ ਹੋਰ ਵੀ ਜੋ ਲੋੜਾਂ ਨੇ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣ। ਸੋ ਮੈਂ ਗਿੱਲ ਸਾਹਿਬ ਨੂੰ ਵੀ, ਕਿਉਂਕਿ ਸਰਕਾਰ ਦੇ ਵਿੱਚ ਨੇ, ਸਰਕਾਰ ਦਾ ਇੱਕ ਹਿੱਸਾ ਨੇ, ਇਹਨਾਂ ਤੋਂ ਵੀ ਆਸ ਕਰਦਾ ਕਿ ਵੱਧ ਤੋਂ ਵੱਧ ਮਦਦ ਆ ਜਿਹੜੀ ਇਸ ਸੰਸਥਾ ਦੇ ਲਈ, ਇਸ ਯਾਦਗਾਰ ਦੇ ਲਈ ਇਹ ਵੀ ਜ਼ਰੂਰ ਕੋਈ ਨਾ ਕੋਈ ਜ਼ਰੂਰ ਸਰਕਾਰ ਵੱਲੋਂ ਮਦਦ ਕਰਨਗੇ, ਤਾਂ ਜੋ ਅਸੀਂ ਇਸ ਯਾਦਗਾਰ ਨੂੰ ਹੋਰ ਵੀ ਚੰਗਾ ਬਣਾ ਸਕੀਏ ਅਤੇ ਸਾਡੀ ਅਗਲੀ ਪੀੜ੍ਹੀ ਆ ਇਸ ਯਾਦਗਾਰ ਤੋਂ, ਸਾਡੇ ਸ਼ਹੀਦਾਂ ਤੋਂ ਉਹ ਵੀ ਸਿੱਧ ਲੈਂਦੇ ਰਹਿਣ। ਤੇ ਅੱਜ ਜਿਹੜਾ ਅੰਦੋਲਨ ਚੱਲ ਰਿਹਾ ਸਾਡਾ, ਜਿਹੜਾ ਕਿਸਾਨਾਂ ਦਾ ਅੰਦੋਲਨ, ਬੇਸ਼ੱਕ ਉਸ ਨੂੰ ਫੇਲ ਕਰਦੀਆਂ ਬੜੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਲੇਕਿਨ ਬਹੁਤ ਵਧੀਆ ਸਾਡਾ ਮੈਸੇਜ ਹੁਣ ਤੱਕ ਸਮੁੱਚੇ ਸੰਸਾਰ ਦੇ ਵਿੱਚ ਗਿਆ, ਪੰਜਾਬੀਆਂ ਦਾ, ਕਿਸਾਨਾਂ ਦਾ, ਸਿੱਖਾਂ ਦਾ, ਕਿ ਅੱਜ ਵੀ ਇਹ ਕੌਮ ਆ ਜਿਹੜੀ ਅੱਜ ਵੀ ਇਹ ਹਿੰਮਤ ਰੱਖਦੀ ਆ ਇਹ ਸੰਘਰਸ਼ ਕਰਨ ਦੀ, ਲੜਾਈ ਲੜਨ ਦੀ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਦੀ। ਸੋ ਜਿਹਦੇ ਲਈ ਹਰ ਵਰਗ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ। ਠੀਕ ਆ, ਸਮੇਂ-ਸਮੇਂ ਤੇ ਇਹਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਆ, ਲੇਕਿਨ ਆਉਣ ਵਾਲਾ ਸਮਾਂ ਜਿਹੜਾ ਜ਼ਰੂਰ ਇਹ ਸੰਘਰਸ਼ ਦੇ ਵਿੱਚ ਅਸੀਂ ਜ਼ਰੂਰ ਕਾਮਯਾਬ ਹੋ ਕੇ ਨਿਕਲਾਂਗੇ, ਜਿਸ ਢੰਗ ਦੇ ਨਾਲ ਸਾਨੂੰ ਹਰ ਵਰਗ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ। ਸੋ ਇਸ ਲਈ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ, ਜਿੱਥੇ TS ਸ਼ੇਰਗਿੱਲ ਜੀ ਜੋ ਚੇਚੇ ਤੌਰ ਤੇ ਪਹੁੰਚੇ ਨੇ, ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੀ ਹੋ ਕਿ ਉਹ ਜੋ ਸਰ ਰਣਜੋਤ ਸਿੰਘ ਜੀ ਮਜੀਠੀਆ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ, ਸੋ ਪਹਿਲਾਂ ਵੀ ਇੱਥੇ ਆ ਕੇ ਗਏ ਨੇ। ਸੋ ਉਹਨਾਂ ਦੇ ਨਾਲ ਜਿੰਨੇ ਵੀ ਸਾਥੀ ਆਏ ਨੇ, ਜਿੰਨੇ ਵੀ ਮਹਿਮਾਨ ਸਾਡੇ ਜੀਓ ਜੀ ਵੱਖ-ਵੱਖ ਪਿੰਡਾਂ ਤੋਂ ਸਾਰੇ ਜਿਹੜੇ ਆਏ ਨੇ, ਮੈਂ ਸਾਰਿਆਂ ਨੂੰ ਅੱਜ ਇੱਥੇ ਪਹੁੰਚਣ ਤੇ ਤੁਹਾਡਾ ਸਵਾਗਤ ਕਰਦਾ, ਤੁਹਾਨੂੰ ਜੀ ਆਇਆਂ ਆਖਦਾ, ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇੱਥੇ ਪਹੁੰਚੇ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਸੋ ਸਾਰੇ ਨਗਰ ਨਿਵਾਸੀਆਂ ਦਾ, ਮੇਰੀਆਂ ਭੈਣਾਂ ਮਾਤਾਵਾਂ ਦਾ, ਬੱਚਿਆਂ ਦਾ, ਨੌਜਵਾਨਾਂ ਦਾ, ਬਜ਼ੁਰਗਾਂ ਦਾ ਤਹਿ ਦਿਲ ਤੋਂ ਧੰਨਵਾਦ, ਤੇ ਜਿਨ੍ਹਾਂ ਨੇ ਇਸ ਯਾਦਗਾਰ ਨੂੰ ਬਣਾਉਣ ਦੇ ਵਿੱਚ
ਆਪਣੇ ਦਸਾਂ ਨੌਂ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਿਆ, ਇਹਦੇ ਸਮਾਗਮ ਨੂੰ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਅਤੇ ਅੱਜ ਵੀ ਇਸ ਸਮਾਗਮ ਦੇ ਲਈ 21,000 ਰੁਪਏ ਦੀ ਸਹਾਇਤਾ ਜਿਹੜੀ ਮੈਂ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਵੀ ਸੋ ਦੇਣ ਦਾ ਵਾਅਦਾ ਕਰਦਾ, ਤੇ 1 ਲੱਖ ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਚੈੱਕ ਹੈਗਾ ਉਹ ਥੋੜੇ ਦਿਨਾਂ ਦੇ ਅੰਦਰ ਹੀ ਉਹ ਜਿਹੜੀ ਸਹਾਇਤਾ ਹੈਗੀ ਇਸ ਸਥਾਨ ਦੇ ਲਈ ਉਹ ਲਿਆ ਕੇ ਦਿੱਤੀ ਜਾਊਗੀ। ਅਤੇ ਹੋਰ ਵੀ ਜਿੱਥੇ ਸਾਡੀ ਲੋੜ ਆ ਡਟ ਕੇ ਅਸੀਂ ਤੁਹਾਡਾ ਹਰ ਜਗ੍ਹਾ ਸਾਥ ਦੇਵਾਂਗੇ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹੋਇਆ ਖਿਮਾ ਦਾ ਜੱਜ ਕਰਾਂ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਾ ਸਾਡੇ ਪਿੰਡ ਲਈ ਤੇ ਇਸ ਯਾਦਗਾਰ ਲਈ ਬਹੁਤ ਵੱਡਾ ਸਹਿਯੋਗ ਆ। ਬੜੀ ਲੰਬੀ ਲਿਸਟ ਮੈਂ ਦੱਸ ਨਹੀਂ ਸਕਦਾ। ਬਹੁਤ ਧੰਨਵਾਦ ਕਰਦੇ ਆ ਜਾਲੀ ਸਾਹਿਬ ਦਾ। ਤੇ ਹੁਣ ਅਸੀਂ ਬੇਨਤੀ ਕਰਾਂਗੇ ਸਰਦਾਰ ਮਨਪ੍ਰੀਤ ਸਿੰਘ ਜਾਲੀ ਨੂੰ ਗਿੱਲ ਸਾਹਿਬ ਦਾ ਸਨਮਾਨ ਕੀਤਾ ਜਾਊਗਾ। ਬੋਲੇ ਸੋ ਨਿਹਾਲ। ਬਹੁਤ ਹੀ ਸਤਿਕਾਰ ਸਹਿਤ ਗਿੱਲ ਸਾਹਿਬ ਦਾ ਸਨਮਾਨ ਇਲਾਕਾ ਨਿਵਾਸੀ MLA ਜਾਲੀ ਸਾਹਿਬ ਉਹਨਾਂ ਦਾ ਸਨਮਾਨ ਕਰ ਰਹੇ ਨੇ। ਜੀਓ ਆਇਆ, ਧੰਨਵਾਦ। ਹਾਂਜੀ, ਚੇਅਰਮੈਨ ਸਾਹਿਬ ਕੈਪਟਨ ਹਰਮਿੰਦਰ ਸਿੰਘ ਜੀ, ਚੇਅਰਮੈਨ ਸਾਹਿਬ ਮਾਰਕਫੈਟ, ਉਹਨਾਂ ਦਾ ਸਨਮਾਨ ਸਾਰੇ ਸਤਿਕਾਰਯੋਗ ਸ਼ਖਸੀਅਤਾਂ ਕਰ ਰਹੀਆਂ ਨੇ। ਬੇਨਤੀ ਆ ਵੀ ਆ ਕੇ ਆਪਣਾ ਸਨਮਾਨ ਲਓ ਜੀ। ਬੋਲੇ ਸੋ ਨਿਹਾਲ। ਬਹੁਤ ਹੀ ਸਤਿਕਾਰ ਸਹਿਤ ਕੈਪਟਨ ਸਾਹਿਬ ਦਾ ਮਾਨ ਸਨਮਾਨ ਨਗਰ ਨਿਵਾਸੀ ਇਲਾਕਾ ਨਿਵਾਸੀ MLA ਮਨਪ੍ਰੀਤ ਸਿੰਘ ਜੀ ਵਾਲੀ ਕੈਪਟਨ ਸ਼ੇਰਗਿੱਲ ਸਾਹਿਬ ਕਰ ਰਹੇ ਨੇ। ਧੰਨਵਾਦ। ਇਹ ਆਲੀ ਸਾਹਿਬ ਦਾ ਸਨਮਾਨ ਨਗਰ ਨਿਵਾਸੀਆਂ ਵੱਲੋਂ। ਬੋਲੇ ਸੋ ਨਿਹਾਲ। ਸਤਿਕਾਰ ਸਹਿਤ ਬਹੁਤ ਹੀ ਮਾਨ ਸਨਮਾਨ ਹਲਕੇ ਦੇ ਹਰ ਪਿੰਡ 'ਚ ਆਲੀ ਸਾਹਿਬ ਨੂੰ ਮਿਲਦਾ। ਸੰਗਤਾਂ ਦੀ ਭਰੀ ਹਾਜ਼ਰੀ ਦੇ ਵਿੱਚ ਜੋ ਆਲੀ ਸਾਹਿਬ ਦਾ ਮਾਨ ਸਨਮਾਨ ਕੈਪਟਨ ਗਿੱਲ ਸਾਹਿਬ ਅਤੇ ਉਹਨਾਂ ਦੇ ਨਾਲ ਆਈਆਂ ਮਹਾਨ ਸ਼ਖਸੀਅਤਾਂ ਮਾਨ ਸਨਮਾਨ ਕਰ ਰਹੇ ਨੇ। ਬੋਲੇ ਸੋ ਨਿਹਾਲ। ਕਰਨਲ ਮੁਖਤਿਆਰ ਸਿੰਘ ਜੀ, ਉਹਨਾਂ ਨੂੰ ਬੇਨਤੀ ਆ ਉਹ ਵੀ ਆਪਣਾ ਸਨਮਾਨ ਲੈਣ। ਕਰਨਲ ਮੁਖਤਿਆਰ ਸਿੰਘ ਜੀ। ਬੋਲੇ ਸੋ ਨਿਹਾਲ। ਵਾਹ। ਹੁਣ ਅਸੀਂ ਬੇਨਤੀ ਕਰਾਂਗੇ ਸਰਦਾਰ ਮਨਪ੍ਰੀਤ ਸਿੰਘ ਜਾਲੀ ਨੂੰ ਸਾਡੇ ਟਰੱਸਟ ਦੇ ਪ੍ਰਧਾਨ ਸਰਦਾਰ ਜਗਦੀਪ ਸਿੰਘ ਜੀ ਦਾ ਸਨਮਾਨ ਕੀਤਾ ਜਾਊਗਾ। ਉਸ ਤੋਂ ਬਾਅਦ ਸਰਪੰਚ ਗੁਰਮੀਤ ਸਿੰਘ ਜੀ ਬਲੀਪੁਰ ਖੁਰਦ ਤੋਂ, ਜਗਦੀਪ ਸਾਡੇ ਵੱਡੇ ਭਰਾ ਗੁਰਦੀਪ ਸਿੰਘ ਜੀ ਪਠਾਦੂਆ, ਸਰਪੰਚ ਸ਼ੇਰ ਸਿੰਘ ਜੀ ਪੜੈਣ ਤੋਂ, ਸਰਪੰਚ ਸ਼ੇਰ ਸਿੰਘ ਜੀ, ਜਥੇਦਾਰ ਮੇਵਾ ਸਿੰਘ ਜੀ ਪੜੈਣ ਤੋਂ, ਜਥੇਦਾਰ ਮੇਵਾ ਸਿੰਘ ਜੀ ਤਲਵੰਡੀ ਤੋਂ ਸਾਡੇ ਸਰਪੰਚ ਸਾਹਿਬ ਆਏ, ਉਹਨਾਂ ਨੂੰ ਬੇਨਤੀ ਕਰਦੇ ਆ। ਤਲਵੰਡੀ ਤੋਂ ਸਰਪੰਚ ਤਰਸੇਮ ਸਿੰਘ। ਹਲੋ ਚੱਕ ਪਿੰਡ ਤੋਂ ਸਾਡੇ ਵੱਡੇ ਭਰਾ ਰਾਮ ਆਸਰਾ ਜੀ, ਉਹਨਾਂ ਨੂੰ ਬੇਨਤੀ ਕਰਦੇ ਆ। ਇਸ ਤੋਂ ਬਾਅਦ ਮਾਸਟਰ ਹਰਭਜਨ ਸਿੰਘ ਜੀ, ਜਿਨ੍ਹਾਂ ਨੇ ਸਾਡੇ ਆਲੀਵਾਲ ਪਿੰਡ ਵਿੱਚ ਬਹੁਤ ਚਿਰ ਯੋਗਦਾਨ ਪੜਾਇਆ। ਮਾਸਟਰ ਜੀ ਗਗਨਦੀਪ ਸਿੰਘ ਕੋਟਲੀ ਸਰਪੰਚ ਸਾਹਿਬ, ਕੁਲਦੀਪ ਸਿੰਘ ਬਲੀਪੁਰ ਕਲਾ ਤੋਂ ਸਾਡਾ ਵੱਡਾ ਵੀਰ, ਉਹਦਾ ਵੀ ਬਹੁਤ ਸਹਿਯੋਗ ਹੈ ਸਾਡੀ ਇਸ ਟਰੱਸਟ ਲਈ। ਕੁਲਦੀਪ ਸਿੰਘ ਬਲੀਪੁਰ ਕਲਾ ਤੋਂ, ਮਾਸਟਰ ਜਸਪਾਲ ਸਿੰਘ ਜੋ ਸਾਡੇ ਆਲੀਵਾਲ ਸਕੂਲ ਦੇ ਪ੍ਰਿੰਸੀਪਲ ਨੇ। ਇਸ ਤੋਂ ਬਾਅਦ ਆ ਜਾ ਆਲੀਵਾਲ ਜੀ ਉੱਥੇ ਨਾਲ ਹੀ ਖੜ ਜੀ ਆਲੀ ਸਾਹਿਬ ਦੇ। ਇੱਕ ਮਿੰਟ ਕੁਲਦੀਪ, ਇੱਕ ਮਿੰਟ ਮਾਸਟਰ ਜੀ ਖੜ੍ਹ ਜਾਓ ਜੀ, ਇੱਕ ਮਿੰਟ। ਆ ਜਾਓ ਜੀ। ਇਸ ਤੋਂ ਬਾਅਦ ਹਰਤੇਜ ਵੀਰ ਸੰਧੂ, ਮੇਰਾ ਵੱਡਾ ਵੀਰ ਇੱਥੇ ਹੋਊਗਾ, ਉਹਨੂੰ ਬੇਨਤੀ ਕਰਦੇ ਆ। ਇੱਧਰ ਹਰਤੇਜ ਵੀਰ ਸੰਧੂ ਸਾਹਿਬ
ਗੁਰਜੀਤ ਸਿੰਘ ਮੰਤਰੀ ਭੂੜੀ ਤੋਂ। ਮਾਸਟਰ ਰਜਿੰਦਰ ਜੀ ਸਾਡੇ ਫਲੈਟ ਤੋਂ। ਮਾਸਟਰ ਰਜਿੰਦਰ ਜੀ, ਜਸਵਿੰਦਰ ਸਿੰਘ ਦਾਨੀ ਤੇ ਦੁਸ਼ਾਂਤ ਸ਼ਰਮਾ। ਰਜਿੰਦਰ ਆ ਜਾ ਯਾਰ, ਆਓ ਜੀ ਆਓ ਜੀ। ਨਾਲ ਹੀ ਹੋ ਜੀ, ਇੱਥੇ ਖੜ ਜੀ। ਮਾਸਟਰ ਜੀ ਇੱਧਰ। ਜਸਵਿੰਦਰ ਸਿੰਘ ਤੇ ਦੁਸ਼ਾਂਤ ਸ਼ਰਮਾ ਜੀ। ਠੀਕ ਹੈ ਜੀ। ਇਸ ਤੋਂ ਬਾਅਦ ਜੀ ਅਸੀਂ ਸਨਮਾਨ ਕਰਨਾ ਪ੍ਰੀਤਮ ਸਿੰਘ ਰੈਕੋਟੀਆ ਜੀ। ਇਹਨਾਂ ਦੇ ਬੇਟੇ ਦਾ ਕੈਨੇਡਾ ਤੋਂ ਹਰੇਕ ਸਾਲ ਸਾਨੂੰ ਐਡਵੋਕੇਟ 21,000 ਦਾ ਸਹਿਯੋਗ ਪ੍ਰੋਗਰਾਮ ਲਈ ਆਉਂਦਾ। ਪ੍ਰੀਤਮ ਸਿੰਘ ਜੀ। ਜਸਵੀਰ ਠੀਕ ਹੈ। ਸੰਧੂ ਸਾਹਿਬ ਆਓ ਮੁਰੇ ਜੀ। ਖੜ ਜਾਓ ਇੱਕ ਨਾਲ। ਠੀਕ ਹੈ ਜੀ। ਦੁਸ਼ਾਂਤ ਸ਼ਰਮਾ ਜੀ ਆ ਜਾਓ। ਆ ਜਾਓ ਜੀ। ਹੋ ਗਿਆ ਜੀ। ਇਹ ਵੀ ਹਰੇਕ ਸਾਲ ਸਾਨੂੰ ਬਹੁਤ ਵੱਡਾ ਸਹਿਯੋਗ ਦਿੰਦੇ ਆ, ਇਹਨਾਂ ਦਾ ਵੀ ਅਸੀਂ ਸਨਮਾਨ ਕਰਦੇ ਹਾਂ। ਇਸ ਤੋਂ ਬਾਅਦ ਪੀਟੀਸੀ ਨਿਊਜ਼ ਤੋਂ ਸਾਡੇ ਪੱਤਰਕਾਰ ਸਾਹਿਬ। ਹਾਂਜੀ ਆਜੋ ਬੇਟੇ ਜੀ, ਸਾਰੇ ਆਜੋ ਆਜੋ। ਬਸ ਕੋਈ ਗੱਲ ਨਹੀਂ, ਉਹਨਾਂ ਦਾ ਕਰ ਦਿਓ। ਭੋਲੇ ਆ ਜਾ ਵੀਰ। ਆਜੋ ਜੀ ਆਜੋ ਬੱਬਰ ਜੀ। ਇਹ ਉਹ ਵੀ ਸ਼ੋ ਮਨਜਿੰਦਰ ਸਿੰਘ ਆ ਜਾਓ। ਮਨਜੀਤ ਵੀਰੇ ਤੁਸੀਂ ਵੀ ਆ ਜਾਓ। ਮਨਿੰਦਰ ਆ ਜਾ ਵੀ। ਮਨਜੀਤ ਮਨਜਿੰਦਰ ਆ ਜਾਓ। ਜਾਓ ਭਾਈ। ਇਹ ਤੋਂ ਬਾਅਦ ਮਨਜੀਤ ਇੱਧਰ ਨੂੰ ਕਰਦੇ, ਇੱਧਰ ਨੂੰ ਨਾ ਆਇਆ ਕਬੀ ਆ ਗਿਆ। ਠੀਕ ਹੈ ਵੀਰੇ ਇਹ 'ਚ ਆਪ ਵੀਡੀਓ ਬਣਦੇ ਨਾਲ ਵੀਰੇ ਫੋਟੋ ਕਰਦੀ ਇੱਥੇ। ਥੈਂਕ ਯੂ। ਗੁਰਮੀਤ ਸਿੰਘ ਪੰਜ ਤਲਵੰਡੀ ਵਾਲਿਆਂ ਨੂੰ ਬੇਨਤੀ ਕਰਦੇ ਹੋ ਵੀ ਆ ਜਾਣ। ਗੁਰਜੀਤ ਸਿੰਘ ਮੰਤਰੀ ਨੂੰ ਬੁਲਾਇਆ। ਜਾਲੀ ਦੇ ਉਹਨਾਂ ਦੇ ਨਾਲ ਲੱਗ ਕੇ ਇਹ ਸਥਾਨ ਅੱਜ ਜੋ ਕਿ ਸੁਖਦਨ ਚੜਿਆ। ਸਭਰਾਵਾਂ ਜੰਗ ਹੋਈ, ਸਭਰਾਵਾਂ ਤੋਂ ਬਾਅਦ ਇੱਥੇ ਮੁੱਦਕੀ ਜੰਗ ਹੋਈ, ਮੁੱਦਕੀ ਤੋਂ ਬਾਅਦ ਇਹ ਅਖੀਰਲੀ ਜੰਗ ਆਲੀਵਾਲ ਸੀ ਜੋ ਕਿ ਇਹ ਸ਼ਹੀਦਾਂ ਦੀ ਜੰਗ ਹੋਈ ਆ। PS ਸ਼ੇਰਗਿੱਲ ਜੀ ਨੇ ਬੜੇ ਵਿਸਤਾਰ ਦੇ ਨਾਲ ਇਹ ਜੰਗ ਦੇ ਵਿੱਚ ਲਓ ਜੀ ਲਓ, ਮੇਰਾ ਪੂਰਾ ਜੂਮ ਖੋਲ ਲੈਦਾ ਵੀ। ਗਰਾਊਂਡ ਦੇ ਸਕੂਲ ਵਾਲਾ ਕਰ ਲਈ ਤਿਆਰੀ। ਭੇਜ ਸੱਦਾ ਪੱਤਾ ਗੱਲ ਸਾਰੇ ਪਿੰਡਾਂ 'ਚ ਭਗਾਈ ਹੈ। ਸਿੱਖਾਂ ਦੀ ਉਹ ਯਾਦ